ਹੈਲੋ ਦੋਸਤੋ, ਵੈਲਕਮ ਟੂ ਸਿੱਧੀ ਪੰਜਾਬ। ਅੱਜ ਦੇ ਵੀਡੀਓ 'ਚ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਪੰਜਾਬ ਹਿਸਟਰੀ ਨਾਲ ਰਿਲੇਟਡ ਟੌਪਿਕ ਜਿਹੜਾ ਹੈ ਆਪਣਾ ਜੈਤੋ ਮੋਰਚਾ। ਮਾਡਰਨ ਹਿਸਟਰੀ ਵਿੱਚ ਕਾਫੀ ਇੰਪੋਰਟੈਂਟ ਇਵੈਂਟ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਫੇਸ ਕਰਨਾ ਪਿਆ ਅਤੇ ਇਹ 'ਤੇ ਕੁਐਸਚਨ ਆਉਣ ਦੀ ਵੀ ਪੋਸੀਬਿਲਿਟੀ ਕਾਫੀ ਜ਼ਿਆਦਾ ਹੈ। ਪ੍ਰੀਲਿਮਸ ਦਾ ਐਗਜ਼ਾਮ ਹੋਵੇ, ਚਾਹੇ ਮੇਨਸ ਹੋਵੇ, ਚਾਹੇ ਇੰਟਰਵਿਊ, ਹਰ ਸਟੇਜ 'ਤੇ ਪੰਜਾਬ ਦੇ ਗਵਰਨਮੈਂਟ ਐਗਜ਼ਾਮਸ 'ਚ ਜੈਤੋ ਮੋਰਚਾ ਬਾਰੇ ਪੁੱਛਿਆ ਜਾ ਸਕਦਾ ਹੈ। ਰਾਈਟ, ਤਾਂ ਇਹਦੇ ਬਾਰੇ ਡਿਟੇਲ 'ਚ ਡਿਸਕਸ਼ਨ ਕਰਾਂਗੇ। ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ ਤਾਂ ਕਿ ਸਾਡਾ ਚੈਨਲ ਹੋਰ ਵਧੇ ਅਤੇ ਅਸੀਂ ਤੁਹਾਨੂੰ ਹੋਰ ਕੁਆਲਿਟੀ ਕੰਟੈਂਟ ਅਤੇ ਜ਼ਿਆਦਾ ਕੰਟੈਂਟ ਤੁਹਾਡੀ ਹੈਲਪ ਲਈ, ਮਦਦ ਲਈ ਪ੍ਰੋਵਾਈਡ ਕਰ ਸਕੀਏ। ਸਟਾਰਟ ਕਰਦੇ ਹਾਂ ਟੌਪਿਕ ਦੇ ਨਾਲ। ਸਭ ਤੋਂ ਪਹਿਲਾਂ ਤਾਂ ਜੈਤੋ ਮੋਰਚਾ ਦਾ ਮਤਲਬ ਹੀ ਕਿਆ ਹੈ, ਇਹਦਾ ਨਾਮ ਜੈਤੋ ਮੋਰਚਾ ਕਿਵੇਂ ਪਿਆ। ਬੇਸਿਕਲੀ ਜੈਤੋ ਲੋਕੇਸ਼ਨ ਹੈ ਜਿੱਥੇ ਇਵੈਂਟ ਇਹ ਸਾਰਾ ਡੈਮੋਨਸਟ੍ਰੇਸ਼ਨ, ਜਿਹੜੀ ਸਾਰੀ ਐਜੀਟੇਸ਼ਨ ਹੈ ਉਹ ਸ਼ੁਰੂ ਹੁੰਦੀ ਹੈ ਜਾਂ ਕੰਡਕਟ ਹੁੰਦੀ ਹੈ। ਐਂਡ ਮੋਰਚਾ ਦਾ ਤਾਂ ਮਤਲਬ ਹੁੰਦਾ ਹੀ ਹੈ ਪੰਜਾਬੀ ਵਿੱਚ ਡੈਮੋਨਸਟ੍ਰੇਸ਼ਨ ਜਾਂ ਐਜੀਟੇਸ਼ਨ, ਕਿਸੇ ਦੇ ਗਲਤ ਦੇ ਖਿਲਾਫ ਜੋ ਹੋ ਰਿਹਾ ਹੈ ਉਹਦੇ ਅਗੇਂਸਟ ਆਵਾਜ਼ ਉਠਾਉਣਾ, ਇਨੀਸ਼ੀਏਟਿਵ ਲੈਣਾ, ਉਹਨੂੰ ਜੈਤੋ ਮੋਰਚਾ ਦਾ ਨਾਮ ਦਿੱਤਾ ਗਿਆ। ਹੁਣ ਸਭ ਤੋਂ ਪਹਿਲਾਂ ਕਿ ਕਾਰਨ ਹੀ ਕਿਆ ਸੀ ਕਿ ਲੋਕ ਉੱਠ ਖੜ੍ਹੇ ਹੋਏ ਬ੍ਰਿਟਿਸ਼ ਸਰਕਾਰ ਦੇ ਅਗੇਂਸਟ ਅਤੇ ਐਵੇਂ ਐਡੀ ਵੱਡੀ ਡੈਮੋਨਸਟ੍ਰੇਸ਼ਨ ਉਹਨਾਂ ਨੇ ਲਾਂਚ ਕੀਤੀ, ਜਿਵੇਂ ਤੁਸੀਂ ਇਸ 'ਚ ਦੇਖ ਸਕਦੇ ਹੋ ਅਤੇ ਆਪਾਂ ਅੱਗੇ ਵੀ ਦੇਖਾਂਗੇ। ਜੱਥਿਆਂ 'ਚ ਲੋਕ, ਹਜ਼ਾਰਾਂ ਲੱਖਾਂ 'ਚ ਲੋਕ ਜਿਹੜੇ ਨੇ ਤੁਰਦੇ ਜਾ ਰਹੇ ਸੀ ਜੈਤੋ ਵੱਲ, ਅਗੇਂਸਟ ਦੀ ਬ੍ਰਿਟਿਸ਼ ਸਰਕਾਰ ਅਤੇ ਬ੍ਰਿਟਿਸ਼ ਸਰਕਾਰ ਦੇ ਨਿਯਮਾਂ ਦੇ ਅਗੇਂਸਟ। ਤਾਂ ਇਹੋ ਜਿਹਾ ਕਿਆ ਹੋਇਆ ਸੀ। ਦੇਖੋ, ਉਸ ਟਾਈਮ 'ਤੇ ਇੱਕ ਸਟੇਟ ਹੁੰਦੀ ਸੀ ਪੰਜਾਬ ਵਿੱਚ ਜਿਹਦਾ ਨਾਮ ਸੀ ਨਾਭਾ। ਨਾਭਾ ਨਾਮ ਦੀ ਸਟੇਟ ਹੁੰਦੀ ਸੀ ਜਿਹਦੇ ਕੇ ਰੂਲਰ ਸੀਗੇ ਮਹਾਰਾਜਾ ਰਿਪੁਦਮਨ ਸਿੰਘ। ਠੀਕ ਹੈ ਜੀ, ਮਹਾਰਾਜਾ ਰਿਪੁਦਮਨ ਸਿੰਘ ਆਫ ਨਾਭਾ। ਇਹ ਬਹੁਤ ਹੀ, ਤੁਸੀਂ ਕਹਿ ਸਕਦੇ ਹੋ ਕਿ ਸਿੱਖਾਂ ਨੂੰ ਪ੍ਰੋਟੈਕਟ ਕਰਨ ਵਾਲੇ, ਸਿੱਖਾਂ ਨੂੰ ਸਪੋਰਟ ਕਰਨ ਵਾਲੇ ਇੱਕ ਰੂਲਰ ਸੀਗੇ। ਪੰਜਾਬ ਵਿੱਚ ਹੋਰ ਸਾਰੀ ਜਗ੍ਹਾ 'ਤੇ ਬ੍ਰਿਟਿਸ਼ ਦਾ ਕਾਫੀ ਦਬਾਅ ਸੀ ਅਤੇ ਸਿੱਖਾਂ ਨੂੰ ਆਜ਼ਾਦੀ ਨਹੀਂ ਦਿੱਤੀ ਜਾਂਦੀ ਸੀ, ਬਟ ਨਾਭਾ ਇੱਕ ਇਹੋ ਜਿਹੀ ਸਟੇਟ ਸੀ ਜਿੱਥੇ ਸਿੱਖ ਜਿਹੜੇ ਸੀ, ਅਕਾਲੀ ਜਿਹੜੇ ਸੀ, ਉਹ ਆਪਦੇ ਆਪ ਨੂੰ, ਆਪਦੇ ਧਰਮ ਨੂੰ ਫਰੀਲੀ ਫੋਲੋ ਕਰ ਸਕਦੇ ਸੀ। ਉਹ ਦਸਤਾਰ ਵੀ ਬੰਨ੍ਹ ਕੇ ਉੱਥੇ ਘੁੰਮਦੇ ਸੀ, ਬੀਅਰਡ ਵੀ ਉਹਨਾਂ ਨੂੰ ਰੱਖਣਾ ਅਲਾਊਡ ਸੀ, ਜਿੱਥੇ ਕਿ ਬਾਕੀ ਸਾਰੀ ਪੰਜਾਬ ਦੀ ਏਰੀਆਜ਼ ਵਿੱਚ ਬ੍ਰਿਟਿਸ਼ ਦਾ ਕਾਫੀ ਜ਼ਿਆਦਾ ਕੰਟਰੋਲ ਸੀ ਅਤੇ ਇਹ ਫਰੀਡਮਸ ਸਿੱਖਸ ਨੂੰ ਨਹੀਂ ਮਿਲਦੀਆਂ ਸੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮਹਾਰਾਜਾ ਰਿਪੁਦਮਨ ਜੋ ਸੀਗੇ ਇਹ ਸਿੱਖ ਸਿੰਪਥਾਈਜ਼ਰ ਸੀ। ਉਹਨਾਂ ਦੀ ਹਰ ਗੱਲ ਵਿੱਚ ਸਪੋਰਟ ਕਰਦੇ ਸੀ। ਅਗਰ ਉਹਨਾਂ ਦੇ ਪ੍ਰੋਟੈਸਟ ਵੀ ਹੁੰਦੇ ਸੀ ਉਹਨਾਂ ਨੂੰ ਵੀ ਸਪੋਰਟ ਕਰਦੇ ਸੀ। ਅਕਾਲੀ ਮੂਵਮੈਂਟ ਹੋਵੇ ਜਾਂ ਡਿਫਰੈਂਟ ਟਾਈਪ ਦੇ ਮੋਰਚੇ ਜਿਹੜੇ ਲਗਾਏ ਗਏ, ਉਹਨਾਂ ਸਭ ਵਿੱਚ ਇਹ ਸਿੱਖਾਂ ਦੀ ਸਪੋਰਟ ਕਰਦੇ ਸੀ। ਗੁਰੂ ਕਾ ਮੋਰਚਾ ਹੋਵੇ, ਉਸ 'ਚ ਵੀ ਇਹਨਾਂ ਨੇ ਪਾਰਟੀਸੀਪੇਟ ਕੀਤਾ। ਜਦ ਨਨਕਾਣਾ ਸਾਹਿਬ ਦਾ ਮਸੈਕਰ ਹੋਇਆ, ਉਹਦੇ ਅਗੇਂਸਟ ਰੋਸ਼ ਜਤਾਉਣ ਲਈ ਬਲੈਕ ਟਰਬਨਸ ਵੀ ਇਹਨਾਂ ਨੇ ਵੀ ਪਾਈਆਂ ਅਤੇ ਸਾਰੇ ਸਿੱਖਾਂ ਨੇ ਨਾਭਾ ਰੀਜਨ ਦੇ ਪਾਈਆਂ। ਇਹ ਇੰਡੀਆ ਦੀ ਆਜ਼ਾਦੀ ਦੇ ਲਈ ਵੀ ਡਿਫਰੈਂਟ ਇੰਡੀਪੈਂਡੈਂਸ ਮੂਵਮੈਂਟਸ, ਫਰੀਡਮ ਮੂਵਮੈਂਟ ਦੇ ਲੀਡਰਸ ਨਾਲ ਇਨਵੋਲਵਡ ਰਹਿੰਦੇ ਸੀ। ਮਤਲਬ ਇੱਕ ਇਹ ਇਹੋ ਜਿਹੇ ਰਾਜਾ ਨੇ ਜਿਹੜੇ ਕਿ ਬ੍ਰਿਟਿਸ਼ ਨੂੰ ਕੰਟੀਨਿਊਸਲੀ ਡਿਫਾਈ ਕਰ ਰਹੇ ਨੇ। ਬਹੁਤ ਵੱਡੀ ਲੋਕਾਂ ਦੀ, ਸਿੱਖਸ ਦੀ ਬਹੁਤ ਵੱਡੇ ਰੀਜਨ ਵਿੱਚ ਇਹਨਾਂ ਦੀ ਫੋਲੋਇੰਗ ਹੈ। ਇਹ ਦੇਖ ਕੇ ਬ੍ਰਿਟਿਸ਼ ਜਿਹੜੇ ਨੇ ਉਹ ਕਾਫੀ ਘਬਰਾ ਗਏ ਸੀ ਕਿ ਇਹ ਇੱਕ ਰਾਜਾ ਹੈ ਜਿਹਨੂੰ ਇੰਨੇ ਲੋਕ ਸਪੋਰਟ ਅਤੇ ਫੋਲੋ ਕਰਦੇ ਨੇ। ਅਗਰ ਇਹ ਰਾਜੇ ਨੂੰ ਕੰਟਰੋਲ ਨਹੀਂ ਕੀਤਾ ਗਿਆ ਤਾਂ ਇਹ ਸਾਡੇ ਲਈ ਫਿਊਚਰ ਵਿੱਚ ਖਤਰਾ ਬਣ ਸਕਦਾ ਹੈ। ਐਂਡ ਇਸ ਹੀ ਗੱਲ ਤੋਂ ਬਚਣ ਲਈ ਬ੍ਰਿਟਿਸ਼ ਨੇ ਕਿਆ ਕੀਤਾ, ਮਹਾਰਾਜਾ ਰਿਪੁਦਮਨ ਨੂੰ ਫੋਰਸਫੁਲੀ ਐਬਡੀਕੇਟ, ਆਪਦਾ ਥਰੋਨ, ਆਪਦਾ ਰਾਜ ਛੱਡਣ ਲਈ ਕਿਹਾ। ਇਹਨਾਂ ਨੂੰ ਹਟਾ ਕੇ ਜੇਲ੍ਹ ਵਿੱਚ ਦੇਹਰਾਦੂਨ ਭੇਜ ਦਿੱਤਾ ਗਿਆ ਅਤੇ ਉਹਨਾਂ ਦੇ ਛੋਟੇ ਜਿਹੇ ਬੱਚੇ, ਜਿਹੜਾ ਕਿ ਹਜੇ 18 ਸਾਲ ਦਾ ਵੀ ਨਹੀਂ ਸੀ, ਉਹਨੂੰ ਗੱਦੀ 'ਤੇ ਬਿਠਾ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਐਵੇਂ ਨਾ ਲੱਗੇ ਕਿ ਬ੍ਰਿਟਿਸ਼ ਐਕਸ਼ਨ ਲੈ ਰਹੇ ਨੇ। ਬਸ ਇਹ ਕਿਹਾ ਗਿਆ ਕਿ ਰਿਪੁਦਮਨ ਖੁਦ ਹੀ ਇਜ਼ ਟਾਇਰਡ, ਹੀ ਇਜ਼ ਓਲਡ ਨਾਓ ਐਂਡ ਹੀ ਵਾਂਟਸ ਟੂ ਗਿਵ ਅਪ ਹਿਜ਼ ਥਰੋਨ। ਠੀਕ ਹੈ ਜੀ, ਉਹ ਆਪਦੀ ਗੱਦੀ ਆਪਦੀ ਮਰਜ਼ੀ ਨਾਲ ਛੱਡ ਰਹੇ ਨੇ। ਪਬਲਿਕ ਸਟੇਟਮੈਂਟ ਇਹ ਦਿਲਾਈ ਗਈ। ਬਟ ਲੋਕ ਸਮਝਦਾਰ ਸੀ, ਲੋਕ ਸਮਝਦੇ ਸੀ ਕਿ ਇਹ ਸਭ ਕਿਉਂ ਹੋ ਰਿਹਾ ਹੈ। ਲੋਕਾਂ ਦੇ ਪ੍ਰੋਟੈਸਟ ਜਿਹੜੇ ਹੈ ਉਦੋਂ ਹੀ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਟੈਲੀਗ੍ਰਾਮ ਭੇਜਿਆ ਉਸ ਟਾਈਮ ਦੇ ਜਿਹੜੇ ਵਾਇਸਰਾਏ ਸੀ ਇੰਡੀਆ ਦੇ, ਲਾਰਡ ਰੀਡਿੰਗ ਨੂੰ,
ਟੈਲੀਗ੍ਰਾਮ ਭੇਜਿਆ ਕਿ ਅਸੀਂ ਇਹ ਤੁਹਾਡਾ ਡਿਸੀਜਨ ਜਿਹੜਾ ਹੈ ਇਹ ਨਹੀਂ ਮੰਨਦੇ ਹੈ, ਅਸੀਂ ਨਹੀਂ ਮੰਨਦੇ ਕਿ ਰਾਜੇ ਨੇ ਆਪਦੀ ਮਰਜ਼ੀ ਨਾਲ ਗੱਦੀ ਛੱਡੀ ਹੈ ਐਂਡ ਵੀ ਨੋ ਕਿ ਇਹਨਾਂ ਨੂੰ ਫੋਰਸ ਕੀਤਾ ਗਿਆ ਹੈ, ਉਹਨਾਂ ਨੂੰ ਫੋਰਸ ਦੇ ਨਾਲ ਬ੍ਰਿਟਿਸ਼ ਨੇ ਗੱਦੀ ਤੋਂ ਹਟਾਇਆ ਹੈ ਐਂਡ ਵੀ ਵਾਂਟ ਇੰਡੀਪੈਂਡੈਂਟ ਇਨਕੁਆਇਰੀ ਇਨਟੂ ਦਿਸ ਮੈਟਰ, ਕਿ ਅਸੀਂ ਚਾਹੁੰਦੇ ਹਾਂ ਕਿ ਇੰਡੀਪੈਂਡੈਂਟ ਇਨਕੁਆਇਰੀ ਕੀਤੀ ਜਾਵੇ। ਤਾਂ ਮਤਲਬ ਡੈਮੋਕ੍ਰੈਟਿਕ ਵੇ 'ਚ ਜਿਹੜੇ ਸਿੱਖ ਸੰਘ ਸੀ ਉਹ ਆਪਣੇ ਇੰਡੀਆ ਦੇ ਉਸ ਟਾਈਮ ਦੇ ਵਾਇਸਰਾਏ ਤੋਂ ਇਨਸਾਫ ਮੰਗ ਰਹੇ ਸੀ। ਠੀਕ ਹੈ ਜੀ। ਨਾਲ ਹੀ SPGC ਨੇ ਰੈਜ਼ੋਲਿਊਸ਼ਨ ਪਾਸ ਕੀਤੀ ਸਾਰੇ ਸਿੱਖ ਲੋਕਾਂ ਨੂੰ ਕਹਿੰਦੇ ਹੋਏ ਕਿ ਸਾਨੂੰ ਮਹਾਰਾਜਾ ਦੀ ਮਦਦ ਕਰਨੀ ਹੈ, ਉਹਨਾਂ ਲਈ ਅਸੀਂ ਅੱਗੇ ਆਉਣਾ ਹੈ, ਜਿਹਦੇ ਲਈ ਅਸੀਂ ਪੀਸਫੁਲ ਕੈਂਪੇਨ ਸ਼ੁਰੂ ਕਰਾਂਗੇ, ਰਾਈਟ, ਕਿ ਮਹਾਰਾਜਾ ਦੀ ਮਦਦ ਕਰਨ ਲਈ ਸਾਨੂੰ ਹੁਣ ਉਹਨਾਂ ਦੇ ਲਈ ਅੱਗੇ ਆਉਣਾ ਪਏਗਾ, ਇਸੇ ਲਈ ਅਸੀਂ ਪੀਸਫੁਲ ਕੈਂਪੇਨ ਪਬਲਿਕ ਵਿੱਚ ਕਰਾਂਗੇ ਤਾਂ ਕਿ ਅੰਗਰੇਜ਼ ਸਰਕਾਰ ਦੇ ਕੰਨਾਂ ਵਿੱਚ ਸਾਡੀ ਗੱਲ ਪਵੇ। ਠੀਕ ਹੈ ਜੀ। ਇਹਦੇ ਲਈ ਪਬਲਿਕ ਗੈਦਰਿੰਗਸ ਵੀ ਹੋਣ ਲੱਗ ਗਈਆਂ, ਦੀਵਾਨਸ, ਮੀਟਿੰਗਸ, ਇਸ ਤਰੀਕੇ ਦੇ ਪਬਲਿਕ ਕਾਨਫਰੰਸਿਸ ਵੀ ਹੈਲਡ ਕੀਤੀਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ। ਨਾਓ ਜਿੰਨਾ ਹੀ ਜ਼ਿਆਦਾ ਪਬਲਿਕ 'ਚ ਆਕਰੋਸ਼ ਵੱਧ ਰਿਹਾ ਸੀ, ਜਿੰਨੇ ਜ਼ਿਆਦਾ ਇਹ ਕੈਂਪੇਨਿੰਗ ਵਗੈਰਾ ਵੱਧ ਰਹੀ ਸੀ, ਬ੍ਰਿਟਿਸ਼ ਇਹਨੂੰ ਅਗੇਨ ਥ੍ਰੈਟ ਦੀ ਤਰ੍ਹਾਂ ਦੇਖਣ ਲੱਗ ਗਏ। ਐਜ਼ ਅ ਰਿਜ਼ਲਟ ਜਿੰਨੇ ਵੀ ਲੀਡਰਸ ਪੋਲੀਟੀਕਲ ਸਪੀਚਿਸ ਜਾਂ ਇਹਨਾਂ ਦੀਵਾਨਸ ਨੂੰ ਕੰਡਕਟ ਕਰਾ ਰਹੇ ਸੀ, ਇਹਨਾਂ ਕਾਨਫਰੰਸਿਸ ਨੂੰ ਕੰਡਕਟ ਕਰਾ ਰਹੇ ਸੀ, ਉਹਨਾਂ ਦੇ ਅਰੈਸਟ ਸ਼ੁਰੂ ਕਰ ਦਿੱਤੇ। ਠੀਕ ਹੈ ਜੀ। ਬ੍ਰਿਟਿਸ਼ ਨੇ ਪਬਲਿਕ ਸਪੀਕਿੰਗ ਵਾਲੇ ਲੀਡਰਸ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਲੋਕ ਜਿਹੜੇ ਖੜੇ ਹੋ ਰਹੇ ਨੇ ਰਿਪੂ ਦਮਨ ਦੀ ਸਪੋਰਟ ਵਿੱਚ, ਉਹਨਾਂ ਸਭ ਨੂੰ ਖ਼ਤਮ ਕੀਤਾ ਜਾ ਸਕੇ। ਠੀਕ ਹੈ ਜੀ। ਬਟ ਐਜ਼ ਅ ਰਿਸਪੌਂਸ ਟੂ ਦਿਸ ਅਸੀਂ ਕਿਹੜਾ ਘੱਟ ਹੈ ਨਾ ਜੀ, ਇੰਡੀਆ ਦੇ ਲੋਕਾਂ ਨੇ, ਸਿੱਖਾਂ ਨੇ ਅਖੰਡ ਪਾਠ ਜਿਹੜਾ ਹੈ ਉਸ ਟਾਈਮ 'ਤੇ ਲਾਂਚ ਕਰ ਦਿੱਤਾ ਟੂ ਰੇਜ਼ ਅਵੇਅਰਨੈਸ ਕਿ ਬ੍ਰਿਟਿਸ਼ ਕਿਆ ਕਰ ਰਹੇ ਨੇ, ਨਾ ਹੀ ਸਿਰਫ ਰਾਜੇ ਨਾਲ ਬਟ ਆਮ ਲੋਕਾਂ ਨਾਲ ਵੀ ਕਿਆ ਕਰ ਰਹੇ ਨੇ। ਬਟ ਬ੍ਰਿਟਿਸ਼ ਨੂੰ ਇਹ ਵੀ ਰਾਸ ਨਾ ਆਇਆ ਅਤੇ ਉਹਨਾਂ ਨੇ ਕਿਆ ਕੀਤਾ, ਅਖੰਡ ਪਾਠ ਆਪਦਾ ਇੰਟਰੋਡਿਊਸ ਕੀਤਾ ਅਤੇ ਆਪਦਾ ਹੀ ਗ੍ਰੰਥੀ ਬਿਠਾ ਦਿੱਤਾ, ਆਤਮਾ ਸਿੰਘ ਨਾਮ ਦਾ ਆਪਦਾ ਹੀ ਗ੍ਰੰਥੀ ਬਿਠਾਇਆ ਅਤੇ ਜਿਹੜਾ ਸਿੱਖਾਂ ਦਾ ਪਹਿਲਾ ਗ੍ਰੰਥੀ ਬੈਠਾ ਸੀ ਉਹਨੂੰ ਡਿਸਪਲੇਸ ਕਰ ਦਿੱਤਾ ਗਿਆ। ਇਸ ਇਵੈਂਟ ਨੂੰ ਜਿਹੜਾ ਬ੍ਰਿਟਿਸ਼ ਨੇ ਅਖੰਡ ਪਾਠ ਚਲਾਇਆ ਅਤੇ ਉੱਥੇ ਆਪਦਾ ਗ੍ਰੰਥੀ ਬਿਠਾਇਆ, ਇਸ ਇਵੈਂਟ ਨੂੰ ਐਜ ਅ ਸੈਕਰੀਲੇਜ, ਸਿੱਖਾਂ ਦੀ ਭਾਵਨਾਵਾਂ ਨੂੰ ਹਰਟ ਕਰਨ ਵਾਲਾ ਇਵੈਂਟ ਜਿਹੜਾ ਹੈ ਮੰਨਿਆ ਗਿਆ, ਜਿਸ ਦੇ ਕਰਕੇ ਪਬਲਿਕ 'ਚ ਅਨਰੈਸਟ ਅਤੇ ਆਕਰੋਸ਼ ਹੋਰ ਵੱਧਦਾ ਗਿਆ। ਐਜ਼ ਅ ਰਿਜ਼ਲਟ ਆਫ ਦਿਸ ਕੀ ਹੋਇਆ ਕਿ 500 ਅਕਾਲੀ ਜਿਹੜੇ ਸੀ ਦੇ ਸਟਾਰਟਡ ਮਾਰਚਿੰਗ ਟੂਵਰਡਸ ਅੰਮ੍ਰਿਤਸਰ ਤੋਂ ਇਹਨਾਂ ਨੇ ਸਪੋਰਟ ਕਰਨ ਲਈ ਨਾਭਾ ਵਾਲੇ ਲੋਕਾਂ ਦੀ, ਨਾਭਾ ਵਾਲੇ ਰੂਲਰ ਦੀ, ਦੇ ਸਟਾਰਟਡ ਮਾਰਚਿੰਗ ਟੂਵਰਡਸ ਜੈਤੋ, ਜਿਹੜਾ ਕਿ ਅੰਮ੍ਰਿਤਸਰ ਵਗੈਰਾ ਨਾਭਾ ਵਗੈਰਾ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੀ ਹੈ, 10 ਕਿਲੋਮੀਟਰ ਦੀ ਦੂਰੀ 'ਤੇ ਹੋਣਾ ਹੈ। ਤਾਂ ਅੰਮ੍ਰਿਤਸਰ ਤੋਂ ਇਹ ਅਕਾਲੀ ਸ਼ੁਰੂ ਹੋਏ ਅਤੇ ਇਹਨਾਂ ਨੇ ਜੈਤੋ ਪਹੁੰਚਣ ਦਾ ਫੈਸਲਾ ਕੀਤਾ ਤਾਂ ਕਿ ਆਪਦੇ ਦੋ ਉੱਥੇ ਸਿੱਖ ਭਾਈਆਂ ਦੀ ਮਦਦ ਕੀਤੀ ਜਾ ਸਕੇ। ਬਟ ਇਹ ਜਦੋਂ ਹੀ ਜੈਤੋ ਦੇ ਨੇੜੇ ਪਹੁੰਚਦੇ ਹੈ, ਉੱਥੇ ਇੱਕ ਬ੍ਰਿਟਿਸ਼ ਐਡਮਿਨਿਸਟ੍ਰੇਟਰ ਜਿਹੜਾ ਨਾਭਾ ਦਾ ਆ, ਬ੍ਰਿਟਿਸ਼ ਐਡਮਿਨਿਸਟ੍ਰੇਟਰ ਸੀ ਵਿਲਸਨ ਜੌਨਸਟਨ, ਉਹ ਲਾਰਜ ਫੋਰਸ ਨਾਲ ਇਹਨਾਂ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਇੰਨੀ ਪੁਲਿਸ ਅਤੇ ਇੰਨੀ ਫਾਇਰ ਅਤੇ ਅਸਲਾ ਇਹ ਲੈ ਕੇ ਖੜ੍ਹੇ ਹੁੰਦੇ ਹੈ ਇਹ ਲੋਕਾਂ ਨੂੰ ਰੋਕਣ ਲਈ। ਪਹਿਲਾਂ ਵਾਰਨਿੰਗ ਦਿੱਤੀ ਜਾਂਦੀ ਹੈ ਜੱਥੇ ਨੂੰ ਕਿ ਤੁਸੀਂ ਰੁਕ ਜਾਵੋ, ਅੱਗੇ ਨਾ ਵਧੋ, ਪ੍ਰੋਟੈਸਟ ਇੱਕ ਡਿਸਕੰਟੀਨਿਊ ਕਰੋ। ਬਟ ਜਦ ਜੱਥੇ ਪੀਸਫੁਲ ਜੱਥਾ ਜਿਹੜਾ ਸੀ ਉਹ ਰੁਕਣ ਲਈ ਅਗਰੀ ਨਹੀਂ ਕਰਦਾ ਤਾਂ ਇਸ ਬੰਦੇ ਨੇ, ਵਿਲਸਨ ਜੌਨਸਟਨ ਨੇ, ਇਹਦਾ ਨਾਮ ਯਾਦ ਰੱਖਣਾ ਹੈ, ਪੁੱਛਿਆ ਜਾ ਸਕਦਾ ਹੈ, ਵਿਲਸਨ ਜੌਨਸਟਨ ਨੇ ਓਪਨ ਫਾਇਰ ਦਾ ਆਦੇਸ਼ ਦੇ ਦਿੱਤਾ। ਓਪਨ ਫਾਇਰ ਕਰਕੇ ਜਿਹੜੇ ਨਿਹੱਥੇ ਲੋਕ ਤੁਰੇ ਆ ਰਹੇ ਸੀ ਪੀਸਫੁਲ ਮੈਨਰ ਵਿੱਚ, ਕਾਫੀ ਲੋਕ ਆਪਦੀ ਜਾਨ ਗਵਾ ਬੈਠੇ, ਸੈਵਰਲ ਫੈਲ ਡੈਡ, ਬਹੁਤ ਸਾਰੇ ਲੋਕਾਂ ਦੀ ਉਸ ਟਾਈਮ 'ਤੇ ਜਾਨ ਗਈ, ਖੂਨ ਖੁਰਾਬਾ। ਅਤੇ ਥਰੂ ਆਊਟ ਦੀ ਕੰਟਰੀ ਇਹਦੇ ਖਿਲਾਫ, ਇਹ ਫਾਇਰਿੰਗ ਦੇ ਖਿਲਾਫ ਕਾਫੀ ਜ਼ਿਆਦਾ ਗੁੱਸਾ ਜੋ ਹੈ ਉਹ ਉਤਪੰਨ ਹੋ ਗਿਆ ਕਿ ਜਿਹੜੇ ਲੋਕ ਪੀਸਫੁਲੀ ਜਿਹੜਾ ਜੱਥਾ ਮਾਰਚ ਕਰ ਰਿਹਾ ਹੈ ਉਹਨਾਂ 'ਤੇ ਤੁਸੀਂ ਫਾਇਰਿੰਗ ਕਰਨ ਦਾ ਕਿਆ ਮਤਲਬ ਬਣਦਾ ਹੈ। ਵਾਟ ਇਜ਼ ਯੋਰ ਰਾਈਟ ਟੂ ਫਾਇਰ ਦ ਪੀਪਲ ਹੂ ਆਰ ਪੀਸਫੁਲੀ ਪ੍ਰੋਟੈਸਟਿੰਗ ਅਗੇਂਸਟ ਸਮਥਿੰਗ ਦੈਟ ਦੇ ਫਾਈਂਡ ਇਜ਼ ਰੋਂਗ। ਠੀਕ ਹੈ ਜੀ। ਤਾਂ ਇਸ ਹੀ ਐਂਗਰ ਦੇ ਵਿੱਚ ਹੋਰ ਲੋਕ ਇਸ ਮੂਵਮੈਂਟ ਨਾਲ, ਜੈਤੋ ਮੋਰਚੇ ਨਾਲ ਜੁੜਦੇ ਗਏ। ਜੱਥਾ ਤੇ ਜੱਥਾ
ਕੰਟਰੀ ਦੇ ਡਿਫਰੈਂਟ ਪਾਰਟਸ 'ਚੋਂ ਆਉਂਦੇ ਰਹੇ। ਪਹਿਲਾਂ 500 ਲੋਕਾਂ ਦਾ ਸ਼ਹੀਦੀ ਜੱਥਾ, ਸ਼ਹੀਦੀ ਨਾਮ ਦਾ ਕਿਆ ਮਤਲਬ ਹੈ ਕਿ ਇਹ ਆਪਦੀ ਕੁਰਬਾਨੀ ਦੇਣ ਲਈ ਤਿਆਰ ਨੇ। 500 ਲੋਕਾਂ ਦਾ ਜੱਥਾ ਜਿਹੜਾ ਹੈ ਜੈਤੋ ਤੋਂ ਫੇਰ ਤੁਰਦਾ ਹੈ। ਉਸ ਤੋਂ ਬਾਅਦ 13 ਹੋਰ 500 ਲੋਕਾਂ ਦੇ ਜੱਥੇ ਜਗ੍ਹਾ ਜਗ੍ਹਾ ਤੋਂ ਇਸ ਮਾਰਚ ਨੂੰ, ਇਸ ਮੂਵਮੈਂਟ ਨੂੰ ਜੁਆਇਨ ਕਰਨ ਲੱਗ ਜਾਂਦੇ ਹੈ। ਇੱਥੋਂ ਤੱਕ ਕਿ ਬਾਹਰਲੇ ਦੇਸ਼ਾਂ 'ਚੋਂ ਵੀ, ਕੈਨੇਡਾ, ਹਾਂਗਕਾਂਗ, ਸ਼ੰਘਾਈ, ਇੱਥੇ ਵੀ ਜਿਹੜੇ ਸਿੱਖ ਭਰਾ ਰਹਿ ਰਹੇ ਸੀ ਉਹ ਵੀ ਜੱਥੇ ਨੂੰ ਜੁਆਇਨ ਕਰਨ ਲਈ ਕੂਚ ਕਰਨ ਲੱਗ ਪੈਂਦੇ ਨੇ। ਇਹ ਸਭ ਦੇਖ ਕੇ ਜਦ ਇੰਨੇ ਲੋਕ ਪ੍ਰੋਟੈਸਟ ਕਰ ਰਹੇ ਹੈ ਤਾਂ ਓਬਵੀਅਸਲੀ ਬ੍ਰਿਟਿਸ਼ ਜਿਹੜਾ ਹੈ ਉਹ ਆਪਦੇ ਆਪ ਨੂੰ ਮੇਨਟੇਨ ਨਹੀਂ ਕਰ ਪਾ ਰਹੇ ਸੀ। ਉਹਨਾਂ ਨੂੰ ਆਪਦੀ ਜਾਨ ਦਾ ਥ੍ਰੈਟ ਲੱਗਣ ਲੱਗ ਗਿਆ ਐਂਡ ਦੈਟ ਇਜ਼ ਵਾਈ ਦੇ ਸਟਾਰਟਿਡ ਨੈਗੋਸੀਏਸ਼ਨਸ। ਉਹਨਾਂ ਨੇ ਜਿਹੜਾ ਅਖੰਡ ਪਾਠ ਸਿੱਖਾਂ ਦਾ ਰੋਕਿਆ ਸੀ, ਅਕਾਲੀਆਂ ਦਾ ਰੋਕਿਆ ਸੀ, ਉਹਨਾਂ ਨੂੰ ਉਹ ਇੰਡੀਪੈਂਡੈਂਟਲੀ ਕੰਡਕਟ ਕਰਨ ਦਾ ਅਲਾਓ ਕੀਤਾ। ਆਪਦਾ ਗ੍ਰੰਥੀ ਸਿੱਖ ਜਿਹੜੇ ਹੈ ਉਹ ਬਿਠਾ ਸਕਦੇ ਨੇ ਅਤੇ ਗੱਲਬਾਤ ਕਰਨ ਲਈ ਤਿਆਰ ਹੋ ਗਏ। ਆਲਦੋ ਇਹਨਾਂ ਨੇ ਰਿਪੂ ਦਮਨ ਰਾਜਾ ਨੂੰ ਰੀਇਨਸਟੇਟ ਨਹੀਂ ਕੀਤਾ ਬਟ ਅਕਾਲੀਆਂ ਨੂੰ ਆਪਦੀ ਫਰੀਡਮ ਦਿੱਤੀ। ਜਿੰਨੇ ਵੀ ਪ੍ਰਿਜ਼ਨਰ ਫੜੇ ਸੀਗੇ ਇਸ ਮੋਰਚੇ ਦੇ ਦੌਰਾਨ ਉਹਨਾਂ ਸਭ ਨੂੰ ਰਿਹਾ ਕੀਤਾ ਗਿਆ ਅਤੇ ਇਸ ਤਰੀਕੇ ਨਾਲ ਅਲਟੀਮੇਟਲੀ ਜਿਹੜੀ ਮੂਵਮੈਂਟ ਹੈ ਉਹਨੂੰ ਸ਼ਾਂਤੀ ਐਂਡ 'ਤੇ ਲਿਆਈ ਗਈ। ਠੀਕ ਹੈ ਜੀ, ਇਹ ਸਾਰਾ ਜੈਤੋ ਮੋਰਚਾ ਸੀ ਮਹਾਰਾਜਾ ਰਿਪੂ ਦਮਨ ਦੇ ਰੀਇਨਸਟੇਟਮੈਂਟ ਲਈ ਸ਼ੁਰੂ ਹੋਇਆ ਸੀ। ਰਿਪੂ ਦਮਨ ਨਾਲ ਪਿਆਰ ਬਹੁਤ ਸੀ ਸਿੱਖਾਂ ਦਾ, ਅਕਾਲੀਆਂ ਦਾ, ਕਿਉਂਕਿ ਉਹ ਉਹਨਾਂ ਦੀ ਹਰ ਮੁਸ਼ਕਿਲ 'ਚ ਮਦਦ ਕਰਦੇ ਸੀ, ਰਿਲੀਜਨ ਨੂੰ ਫਰੀਡਮ ਦਿੰਦੇ ਸੀ। ਅਤੇ ਇਹੀ ਜਿਹੜਾ ਹੈ ਬ੍ਰਿਟਿਸ਼ ਤੋਂ ਸਹਿਣ ਨਹੀਂ ਹੋਇਆ। ਬ੍ਰਿਟਿਸ਼ ਡਰਦੇ ਸੀ ਕਿ ਰਿਪੂ ਦਮਨ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਅਥੋਰਿਟੀ ਨੂੰ ਚੈਲੰਜ ਕਰ ਸਕਦੇ ਹੈ, ਜਿਹਦੇ ਕਰਕੇ ਰਿਪੂ ਦਮਨ ਨੂੰ ਡਿਸਪਲੇਸ ਕਰ ਦਿੱਤਾ ਗਿਆ। ਰਿਪੂ ਦਮਨ ਦੀ ਡਿਸਪਲੇਸਮੈਂਟ ਦੇ ਨਾਲ ਲੋਕਾਂ ਵਿੱਚ ਆਕਰੋਸ਼ ਵਧਣ ਲੱਗ ਗਿਆ। ਰਿਪੂ ਦਮਨ ਦੀ ਸਪੋਰਟ ਵਿੱਚ ਉਹ ਹੌਲੀ ਹੌਲੀ ਆਉਣ ਲੱਗ ਪਏ ਐਂਡ ਜਿਹਦੇ ਕਰਕੇ ਕਾਫੀ ਜ਼ਿਆਦਾ ਖੂਨ ਖਰਾਬਾ ਹੋਇਆ। ਬ੍ਰਿਟਿਸ਼ ਨੇ ਪੀਸਫੁਲ ਆਉਂਦੇ ਲੋਕਾਂ ਨੂੰ ਕਾਫੀ ਫਾਇਰਿੰਗ ਨਾਲ ਨੁਕਸਾਨ ਪਹੁੰਚਾਇਆ, ਜੇਲ੍ਹਾਂ ਵਿੱਚ ਪਾ ਦਿੱਤੇ ਲੋਕ। ਉਸ ਤੋਂ ਬਾਅਦ ਸਿੱਖਾਂ ਦੀ ਅਟੂਟ ਡਿਟਰਮੀਨੇਸ਼ਨ ਦੇਖ ਕੇ ਬ੍ਰਿਟਿਸ਼ ਨੂੰ ਆਪਦੇ ਘੁਟਨੇ ਜਿਹੜੇ ਹੈ ਉਹ ਟੇਕਣੇ ਹੀ ਪਏ ਐਂਡ ਐਟ ਲਾਸਟ ਦੇ ਸੈਟ ਫॉर ਨੈਗੋਸੀਏਸ਼ਨਸ। ਤਾਂ ਰਿਪੂ ਦਮਨ ਤਾਂ ਰੀਇਨਸਟੇਟ ਨਹੀਂ ਹੋਏ ਐਜ਼ ਦਿਸ ਮੋਰਚਾ ਹੈਲਡ ਬਟ ਸਿੱਖਾਂ ਨੂੰ ਆਪਦਾ ਅਖੰਡ ਪਾਠ, ਆਪਦੀ ਰਿਲੀਜੀਅਸ ਫਰੀਡਮਸ ਦਿੱਤੀਆਂ ਗਈਆਂ ਸੀ। ਪੋਲੀਟੀਕਲ ਪ੍ਰਿਜ਼ਨਰਸ ਜਿੰਨੇ ਵੀ ਫੜੇ ਗਏ ਸੀ ਉਹਨਾਂ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਸੀ। ਇਹ ਸਾਰੇ ਇਵੈਂਟ 'ਚ ਇੱਕ ਇੰਪੋਰਟੈਂਟ ਲੇਡੀ ਬੀਬੀ ਕਿਸ਼ਨ ਕੌਰ ਦਾ ਕਾਫੀ ਇੰਪੋਰਟੈਂਟ ਰੋਲ ਰਿਹਾ ਹੈ। ਇਹਨਾਂ ਨੇ ਜਿਹੜੇ ਵੀ ਜੱਥਾਸ ਜਾ ਰਹੇ ਸੀ ਅੰਮ੍ਰਿਤਸਰ ਟੂ ਜੈਤੋ ਦੀ ਵੱਲ, ਉਹਨਾਂ ਲਈ ਰਾਸ਼ਨ ਦੀ ਅਰੇਂਜਮੈਂਟ ਕੀਤਾ ਅਤੇ ਕਾਫੀ ਕੰਟਰੀਬਿਊਟ ਕੀਤਾ ਇਨਡਾਇਰੈਕਟਲੀ ਇਸ ਮੂਵਮੈਂਟ ਦੇ ਵਿੱਚ। ਠੀਕ ਹੈ ਜੀ, ਇਹ ਬਰੀਫ ਇਹਦੇ ਲਈ ਇੰਨਾ ਤੁਹਾਡੇ ਲਈ ਕੰਮ ਆ ਸਕਦਾ ਹੈ। ਪ੍ਰੀਲਿਮਸ 'ਚ ਵੀ ਕਈ ਵਾਰ ਕੁਐਸਚਨ ਪੁੱਛ ਲੈਂਦੇ ਆ ਇਹੋ ਜਿਹੇ ਮੋਰਚਿਆਂ 'ਤੇ, ਕਦੀ ਟਾਈਮ ਲਾਈਨ ਬੇਸਡ ਕੁਐਸਚਨ ਆ ਜਾਂਦੇ ਆ। ਤਾਂ ਤੁਸੀਂ ਇਹ ਯਾਦ ਰੱਖਣਾ ਹੈ ਕਿ ਇਹ 1924 'ਚ ਸ਼ੁਰੂ ਹੋਇਆ ਸੀ ਅਤੇ ਇਹ 1925 'ਚ ਐਂਡ 'ਚ ਆ ਕੇ ਇਹ ਪੀਸਫੁਲ ਜਿਹੜਾ ਹੈ ਤੁਸੀਂ ਕਹਿ ਸਕਦੇ ਹੋ ਕਨਕਲੂਜਨ ਇਹਦੀ ਲਿਖ ਲਈ ਸੀ। ਠੀਕ ਹੈ ਜੀ, ਆਲਮੋਸਟ 94 ਦੇ ਟਾਈਮ 'ਚ, ਫੈਬਰਰੀ ਦੇ ਟਾਈਮ 'ਚ ਇਹਦਾ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਮੂਵਮੈਂਟ ਜਿਹੜੀ ਹੈ ਚੱਲਦੀ ਰਹੀ ਹੈ, ਰਾਈਟ। ਤਾਂ ਇਸ ਡਿਟੇਲਸ ਨੂੰ ਥੋੜ੍ਹਾ ਪੜ੍ਹ ਕੇ ਥੋੜ੍ਹਾ ਕਰਨ ਦੀ ਕੋਸ਼ਿਸ਼ ਕਰੋ, ਥੋੜ੍ਹੇ ਛੋਟੇ ਨੋਟਸ ਬਣਾ ਲਓ। ਅਗਰ ਕੋਈ ਕੁਐਸਚਨ ਆਵੇ ਯੂ ਵਿਲ ਬੀ ਏਬਲ ਟੂ ਆਨਸਰ ਇਟ। ਦੈਟ ਇਜ਼ ਆਲ ਫॉर ਟੁਡੇ। ਥੈਂਕ ਯੂ ਸੋ ਮਚ ਫॉर ਵਾਚਿੰਗ।